सर्व कला समरथ डोलन ते राखो प्रभु। नानक दे कर हथ अगम अगोचर सच साहिब मेरा। नानक बोले बुलाया तेरा। कर हर करम श्रवण हर कथा। हर दरगह नानक उजल मथा। सतनाम श्री वाहिगुरु साहिब जी। पौड़ी। चित्तै अंदर सब को वेग नगरी हेठ चलाएदा। आपे दे वडियाइयां आपे ही कर्म कराएदा। वड्डो वड्डा वड मेदनी सिरे सिर धंधै लाएदा। नज़रो कट्ठी जे करे सुल्ताना घाह कराएदा। दर मंगण भिख ना पाएदा। दर मंगण भिख ना पाएदा। वाहिगुरु जी का खालसा वाहिगुरु जी की फतेह। परम सत्कारयोग गुरु रो गुरु खालसा साध संगत जीओ। गुरबाणी दी जो पावन कथा लड़ीवार इस पावन अस्थान ते चल रही है। ते तहत आसा की वार दी 16वीं पौड़ी का पाठ आप जी ने सरवण किया है। सतगुरु जी के पावन अमृत बचन 472 अंग ते सुभाएमान हैं। अज दे इन्हां पावन अमृत बचनों दे विच गुरु पातशाह जी जो उपदेश बख्शिश कर रहे हैं। जदों मनुख दे कोल राज सत्ता आउंदी है जां कोई धार्मिक तौर ते अगे आउंदा है तां ओह फिर अपनी मन की मर्जी करन लग जाता है। पर पातशाह जी फरमान करते ने कि भावें तेरे कोल राज सत्ता है जां किसी भी तरह की सरकारी हुकूमत की शक्ति तेरे कोल है जां धर्म की शक्ति तेरे कोल है, पर याद रख उस वाहिगुरू नूं सब कुछ पता है। इस करके उहदे भै दे विच चलना कर। उस अकाल पुरख वाहिगुरू दे नाम नूं जप। किसी भी तरह की शक्ति तेरे कोल है। जिवें आपां इन्हां इस पौड़ी दे नाल जिहड़े 2 श्लोक आए ने उन्हां नूं विचारिया है कि जदों मनुख दे कोल शक्ति आई वो जिस गऊ की पूजा करता है, जिस ब्राह्मण नूं सत्कार देंदा उन्होंने भी टैक्स ला देंदा है। फिर अपना धर्म छड़ देंदा है सरकारी सत्ता के नशे दे विच ते उस हुकूम के मुताबिक चलन लग जाता है। ते पातशाह जी फरमान करते ने सरकारी शक्ति नूं पा के मनुख फिर
ਲੋਕਾਂ ਦਾ ਲਹੂ ਪੀਂਦਾ ਹੈ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿਨ ਗਲ ਧਾਗ। ਐਸੇ ਲੋਕਾਂ ਦੇ ਕੋਲੋਂ ਅੰਨ ਲੈ ਕੇ ਛਕਦਾ ਹੈ ਬ੍ਰਾਹਮਣ, ਜੋ ਧਾਰਮਿਕ ਤੌਰ 'ਤੇ ਜਦੋਂ ਅੱਗੇ ਆਇਆ, ਵੇਦਾਂ ਨੂੰ ਪੜ੍ਹਿਆ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਅਤੇ ਉਹਦੀ ਲੋਕਾਂ ਵਿੱਚ ਮਾਨਤਾ ਹੋਣ ਲੱਗੀ। ਫਿਰ ਉਹ ਜਦੋਂ ਕਿਸੇ ਦੀ ਮਾਨਤਾ ਹੋਣ ਲੱਗ ਜਾਂਦੀ ਹੈ, ਉਹ ਫਿਰ ਵੱਡੇ ਵੱਡੇ ਲੋਕਾਂ ਦੇ ਨਾਲ ਸਾਂਝ ਰੱਖਦਾ ਹੈ। ਗਰੀਬ ਮਿਹਨਤੀ ਇਸ ਤਰ੍ਹਾਂ ਦੇ ਲੋਕਾਂ ਦੀ ਉਹ ਗੱਲ ਨਹੀਂ ਸੁਣਦਾ। ਕਿਤੇ ਗਰੀਬ ਮਨੁੱਖ ਉਹਨੂੰ ਰਕਸ਼ਾ ਚਲਾਉਣ ਵਾਲਾ ਕਹਿ ਦੇ, ਗੁਰਮੁਖਾ ਰੱਬ ਦੇ ਪਿਆਰਿਆ, ਜੇ ਮੇਰੇ ਘਰ ਵਿੱਚ ਪ੍ਰਸ਼ਾਦਾ ਛਕ ਲੈ, ਤਾਂ ਉਹ ਜਿਹੜਾ ਧਰਮ ਕਰਕੇ ਅੱਗੇ ਆਇਆ ਹੈ, ਉਹ ਕਦੇ ਵੀ ਐਸਾ ਕਰਮ ਨਹੀਂ ਕਰੇਗਾ ਉਹਨੂੰ ਕੋਈ ਮਲਕ ਭਾਗੋ ਕਹਿ ਦੇਵੇ ਆ ਮੇਰੇ ਘਰ ਦੇ ਵਿੱਚ, ਦੌੜਿਆ ਚਲਾ ਜਾਵੇਗਾ। ਵਾਰ-ਵਾਰ ਟਾਈਮ ਦੇਖੇਗਾ ਕਦੋਂ ਉਹਦੇ ਘਰ ਜਾਵਾਂ, ਕਿਉਂਕਿ ਉੱਥੋਂ ਬਹੁਤ ਮਾਇਆ ਧਨ ਬਰਾਬਰ ਹੋਣ ਵਾਲੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਯਾਦ ਰੱਖ ਉਹ ਵਾਹਿਗੁਰੂ ਸਭ ਕੁਝ ਵੇਖ ਰਿਹਾ ਹੈ। ਇਸ ਕਰਕੇ ਉਹਦੀ ਰਜ਼ਾ ਦੇ ਵਿੱਚ ਚੱਲ। ਜੇ ਤੂੰ ਐਸੇ ਲੋਕਾਂ ਦਾ ਅੰਨ ਖਾਵੇਂਗਾ, ਤੇਰਾ ਵੀ ਜੀਵਨ ਭ੍ਰਸ਼ਟ ਹੋ ਜਾਵੇਗਾ। ਮਾਨਸ ਖਾਣੇ ਕਰੇ ਨਿਵਾਜ, ਤਿਨ ਕਰ ਬ੍ਰਾਹਮਣ ਪੂਰੈ ਨਾਦ। ਉਹਨਾਂ ਪਿਆਵੈ ਉਹੀ ਸਾਧ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਤੇਰੇ ਕੋਲ ਸ਼ਕਤੀ ਹੈ, ਸੱਤਾ ਹੈ, ਧਰਮ ਦੀ ਸ਼ਕਤੀ ਹੈ, ਗੁਣਾਂ ਦੀ ਸ਼ਕਤੀ ਹੈ, ਤੂੰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲ। ਕਿਉਂਕਿ ਉਹ ਇੱਕ ਛਿਨ ਲਾਉਂਦਾ ਹੈ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਗਿਆਨਵਾਨਾਂ ਨੂੰ ਮੂਰਖ ਬਣਾ ਦਿੰਦਾ ਹੈ, ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਪੌੜੀ ਚਿਤੈ ਅੰਦਰ ਸਭ ਕੋ, ਵੇਗ ਨਦਰੀ ਹੇਠ ਚਲਾਏ ਦਾ। ਵਾਹਿਗੁਰੂ ਦੇ ਚਿੱਤ ਵਿੱਚ ਸਾਰੇ ਹਨ। ਮਨੁੱਖ ਭਾਵੇਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਪਰ ਅਕਸਰ ਇਹ ਗੱਲ ਹੁੰਦੀ ਹੈ ਕਿ ਆਪਾਂ ਆਪਣੇ ਘਰ ਵਿੱਚ ਰੱਖੀ ਹੋਈ ਚੀਜ਼ ਲਿਆ ਕੇ ਭੁੱਲ ਜਾਂਦੇ ਹਾਂ। ਘਰ ਵਿੱਚ ਹੀ ਲਿਆ ਕੇ ਰੱਖੀ ਸੀ ਕੋਈ ਚੀਜ਼ ਵਸਤੂ, ਤੇ ਆਪ ਹੀ ਲਿਆ ਕੇ ਰੱਖੀ ਹੈ, ਫਿਰ ਭੁੱਲ ਵੀ ਗਿਆ ਹੈ। ਵਾਹਿਗੁਰੂ ਨਿਰੰਕਾਰ ਐਸਾ ਹੈ, ਮਹਾਰਾਜ ਕਹਿੰਦੇ ਉਹਦੇ ਚਿੱਤ ਵਿੱਚ ਸਾਰਾ ਕੁਝ ਹੈ। ਉਹ ਚੰਗਿਆਂ ਨੂੰ ਵੀ ਜਾਣਦਾ ਹੈ, ਮਾੜਿਆਂ ਬਾਰੇ ਵੀ ਜਾਣਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਜਾਣਦਾ ਹੈ। ਚੇਤੈ ਅੰਦਰ ਸਭ ਕੋ, ਦੇ ਚੇਤੇ ਵਿੱਚ ਸਾਰੇ ਹਨ। ਆਪਾਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਅਤੇ ਕਈ ਵਾਰ ਇੱਦਾਂ ਕਰਦੇ ਹਾਂ ਖਿਆਲ ਆ ਜਾਂਦਾ, ਪਤਾ ਨਹੀਂ ਮੇਰਾ ਇਹ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਵੀ ਰਿਹਾ ਕਿ ਨਹੀਂ। ਤੋ ਪਾਤਸ਼ਾਹ ਕਹਿੰਦੇ ਉਹਦੇ ਚਿੱਤ ਵਿੱਚ ਤੂੰ ਹਰ ਸਮੇਂ ਹੈ। ਇਹ ਗੱਲ ਵੱਖਰੀ ਹੈ ਕਿ ਵਾਹਿਗੁਰੂ ਸਾਡੇ ਚੇਤੇ ਵਿੱਚ ਨਹੀਂ ਹੈ, ਰੱਬ ਸਾਨੂੰ ਚੇਤੇ ਨਹੀਂ ਹੈ, ਪਰ ਅਸੀਂ ਸਾਰੇ ਜੀਵ ਰੱਬ ਦੇ ਚੇਤੇ ਵਿੱਚ ਹਰ ਸਮੇਂ ਹਾਂ। ਪਾਤਸ਼ਾਹ ਫਰਮਾਨ ਕਰਦੇ ਨੇ, ਚੇਤੈ ਅੰਦਰ ਸਭ ਕੋ, ਸਾਰਾ ਕੁਝ ਉਹਦੇ ਚੇਤੇ ਵਿੱਚ ਹੈ। ਵੇਖ ਨਜ਼ਰੀ ਹੇਠ ਚਲਾਏਂਦਾ, ਸਾਰਿਆਂ ਨੂੰ ਵੇਖਦਾ ਅਤੇ ਆਪਣੀ ਨਿਗਾਹ ਦੇ ਹੇਠਾਂ ਸਾਰਿਆਂ ਨੂੰ ਚਲਾ ਰਿਹਾ ਹੈ। ਆਪਣੀ ਨਿਗਾਹ ਦੇ ਹੇਠਾਂ ਸਾਰਿਆਂ ਨੂੰ ਚਲਾ ਰਿਹਾ ਹੈ, ਸਾਰਿਆਂ ਨੂੰ ਵੇਖ ਰਿਹਾ ਹੈ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਉਹ ਵਡਿਆਈਆਂ ਦੇਣ ਵਾਲਾ ਵੀ ਆਪ ਹੈ, ਕਰਮ ਕਰਾਉਣ ਵਾਲਾ ਵੀ ਆਪ ਹੈ। ਅਕਸਰ ਮਨੁੱਖ ਨੂੰ ਜਦੋਂ ਕੋਈ ਸ਼ਕਤੀ ਮਿਲਦੀ ਹੈ
ਮਿਲਦੀ ਤਾਂ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ, ਪਰ ਇਹ ਉਸ ਨੂੰ ਪਾ ਕੇ ਹੰਕਾਰੀ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਚੇਤੇ ਰੱਖ, ਇਹ ਜਿਹੜੇ ਤੇਰੇ ਤੋਂ ਚੰਗੇ ਕਰਮ ਕਰਾਏ ਤੇ ਤੈਨੂੰ ਇਹ ਦਾਤ ਮਿਲੀ ਹੈ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ। ਪਰ ਅਕਸਰ ਮਨੁੱਖ ਜਦੋਂ ਸ਼ਕਤੀ ਪਾ ਲੈਂਦਾ ਫਿਰ ਹੰਕਾਰੀ ਹੋ ਜਾਂਦਾ ਹੈ। ਹਰਨਾਕਸ਼ ਕੀਤੀ ਤਾਂ ਉਹਨੇ ਵੀ ਬੰਦਗੀ ਹੈ, ਸ਼ਕਤੀ ਜਦੋਂ ਮਿਲ ਗਈ ਤੇ ਹੰਕਾਰੀ ਹੋ ਗਿਆ, ਕਹਿੰਦਾ ਰੱਬ ਕੌਣ ਹੈ, ਰੱਬ ਮੈਂ ਹੀ ਹਾਂ। ਹਰ ਇੱਕ ਮਨੁੱਖ ਦਾ ਇਹੀ ਸੁਭਾਅ ਹੈ ਤਕਰੀਬਨ। ਜਦੋਂ ਇਹਦੇ ਕੋਲ ਸ਼ਕਤੀ ਨਾ ਹੋਵੇ ਹਰ ਇੱਕ ਦੇ ਅੱਗੇ ਹੱਥ ਬਣਦਾ ਹੈ, ਮਿੰਨਤਾਂ ਕਰਦਾ ਹੈ, ਨਿਮਰਤਾ ਵਿੱਚ ਰਹਿੰਦਾ ਹੈ। ਪਰ ਜਦੋਂ ਸ਼ਕਤੀ ਮਿਲ ਜਾਂਦੀ ਹੈ ਫਿਰ ਕਹਿੰਦਾ ਮੈਂ ਆਪਣੀ ਸ਼ਕਤੀ ਦਿਖਾਵਾਂ ਤੈਨੂੰ, ਮੇਰੇ ਕੋਲ ਬੜੀ ਸ਼ਕਤੀ, ਮੈਂ ਬੜਾ ਕੁਝ ਕਰ ਸਕਦਾ ਹਾਂ। ਮਹਾਰਾਜ ਕਹਿੰਦੇ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ, ਆਪ ਹੀ ਵਡਿਆਈਆਂ ਦੇਣ ਵਾਲਾ ਹੈ, ਬੇਅੰਤ ਬਖਸ਼ਿਸ਼ਾਂ ਕਰਨ ਵਾਲਾ ਹੈ। ਜੇਵੜ ਆਵ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕਹਿ ਕੀਤੀ ਰਾਤ। ਜਿੱਡਾ ਵੱਡਾ ਆਪ ਹੈ ਓਡੀਆਂ ਵੱਡੀਆਂ ਉਹਦੀਆਂ ਵਡਿਆਈਆਂ ਹਨ। ਇਤਿਹਾਸ ਨੂੰ ਪੜ੍ਹੀਏ ਆਪਾਂ ਅੱਜ ਵੀ ਵੇਖੋ ਉਹ ਵਡਿਆਈਆਂ, ਉਹ ਬਖਸ਼ਿਸ਼ਾਂ ਦਿਖਾਈ ਦਿੰਦੀਆਂ ਨੇ। ਜਿਸ ਸਮੇਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਧਰਤੀ 'ਤੇ ਜਾਂਦੇ ਨੇ, ਉੱਥੇ ਇੱਕ ਮਨੁੱਖ ਦਾ ਨਾਮ ਹੈ ਉਸ ਇਲਾਕੇ ਦੇ ਵਿੱਚ ਭਾਈ ਕਾਲਾ। ਉਹ ਗੁਰੂ ਦਰਬਾਰ ਦੇ ਵਿੱਚ ਆਉਂਦਾ ਹੈ, ਉਹਦੇ ਨਾਲ ਦੋ ਛੋਟੇ ਛੋਟੇ ਬੱਚੇ ਨੇ ਤੇ ਉਹਨਾਂ ਦੇ ਤਨ 'ਤੇ ਕੋਈ ਕੱਪੜਾ ਨਹੀਂ ਹੈ। ਉਹਨਾਂ ਬੱਚਿਆਂ ਨੂੰ ਉਹ ਸਿਖਾ ਕੇ ਲਿਆਇਆ ਵੀ ਜਿੱਥੇ ਆਪਾਂ ਚੱਲੇ ਹਾਂ ਉਹ ਬਹੁਤ ਵੱਡਾ ਦਰਬਾਰ ਹੈ, ਉੱਥੋਂ ਸਾਰਾ ਕੁਝ ਹੀ ਮਿਲ ਜਾਂਦਾ ਹੈ। ਅਤੇ ਉਹਨਾਂ ਨੂੰ ਸਿਖਾ ਕੇ ਲਿਆਉਂਦਾ ਵੀ ਤੁਸੀਂ ਉਸ ਦਰਬਾਰ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਆਪਣੇ ਢਿੱਡ ਵਜਾਣੇ ਨੇ, ਅਤੇ ਗੁਰੂ ਪਾਤਸ਼ਾਹ ਫਿਰ ਤੁਹਾਨੂੰ ਪੁੱਛਣਗੇ ਨਾ ਅਤੇ ਫਿਰ ਤੁਹਾਡੇ 'ਤੇ ਬਖਸ਼ਿਸ਼ ਕਰਨਗੇ। ਉਹ ਭਾਈ ਕਾਲਾ ਆਪਣੇ ਦੋਵੇਂ ਭਤੀਜਿਆਂ ਨੂੰ ਨਾਲ ਲੈ ਕੇ ਆਇਆ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਉਹ ਬੱਚੇ ਛੋਟੇ ਛੋਟੇ ਦੋਵੇਂ ਮਹਾਰਾਜ ਜੀ ਦੇ ਸਾਹਮਣੇ ਨੰਗ ਧੜੰਗੇ ਖੜ੍ਹੇ ਹੋਏ ਆਪਣਾ ਢਿੱਡ ਵਜਾਉਂਦੇ ਨੇ, ਢਿੱਡ ਦੇ ਉੱਪਰ ਹੱਥ ਮਾਰਦੇ ਨੇ ਵਾਰ-ਵਾਰ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪੁੱਛਦੇ ਨੇ ਭਾਈ ਕਾਲਾ ਇਹ ਕੀ ਗੱਲ ਹੈ, ਇਹ ਬੱਚੇ ਐਸਾ ਕਿਉਂ ਕਰ ਰਹੇ ਨੇ? ਤਾਂ ਉਹ ਕਹਿਣ ਲੱਗਾ ਮਹਾਰਾਜ ਇਹ ਮੇਰੇ ਭਤੀਜੇ ਨੇ, ਮੇਰਾ ਭਰਾ ਮੇਰੀ ਭਰਜਾਈ ਚੜ੍ਹਾਈ ਕਰ ਗਏ ਨੇ, ਇਹ ਉਹਨਾਂ ਦੇ ਬੱਚੇ ਨੇ, ਇਹ ਨੰਗੇ ਭੁੱਖੇ ਨੇ, ਇਹਨਾਂ ਦੇ ਕੋਲ ਰਹਿਣ ਵਾਸਤੇ ਘਰ ਨਹੀਂ ਹੈ, ਖਾਣ ਵਾਸਤੇ ਰੋਟੀ ਨਹੀਂ ਹੈ, ਪਾਉਣ ਵਾਸਤੇ ਕੱਪੜਾ ਨਹੀਂ ਹੈ, ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਬੜੇ ਉਹਨਾਂ ਬੱਚਿਆਂ ਵੱਲ ਵੇਖ ਕੇ ਰਹਿਮਤ ਦੇ ਘਰ ਵਿੱਚ ਆਏ, ਬਖਸ਼ਿਸ਼ ਕੀਤੀ। ਇਹ ਬੱਚੇ ਇਹਨਾਂ ਨੇ ਤੇ ਰਾਜ ਭਾਗ ਕਰਨਾ, ਇਹਨਾਂ ਦੀ ਸੰਤਾਨ ਵੀ ਆਉਣ ਵਾਲੇ ਸਮੇਂ ਅੰਦਰ ਜਮਨਾ ਤੱਕ ਇਹਨਾਂ ਦੀ ਸੰਤਾਨ ਦੇ ਘੋੜੇ ਜਿਹੜੇ ਨੇ ਉਹ ਪਾਣੀ ਪੀਆ ਕਰਨਗੇ, ਐਡਾ ਵੱਡਾ ਰਾਜ ਭਾਗ ਦੂਰ ਤੱਕ ਹੋਵੇਗਾ। ਉਹਨਾਂ ਬੱਚਿਆਂ ਦੇ ਨਾਮ ਇਤਿਹਾਸ ਵਿੱਚ ਆਏ ਨੇ ਫੂਲ ਅਤੇ ਸੰਦਲੀ। ਉਹਨਾਂ ਬੱਚਿਆਂ ਦੇ ਅੱਗੇ ਜਾ ਕੇ ਜਿਹੜੇ ਪਟਿਆਲਾ ਵਾਲਾ ਰਾਜਾ ਹੈ, ਨਾਭਾ ਔਰ ਜੀਂਦ, ਇਹ ਤਿੰਨ ਰਿਆਸਤਾਂ ਦੇ ਜਿਹੜੇ ਰਾਜੇ ਨੇ ਇਹ ਉਹਨਾਂ ਬੱਚਿਆਂ ਦੀ ਅੱਗੋਂ ਸੰਤਾਨ ਹਨ, ਫੂਲ ਅਤੇ ਸੰਦਲੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਇਹ ਬਖਸ਼ਿਸ਼ ਕੀਤੀ ਹੋਈ ਹੈ। ਅਤੇ ਜਿਹੜਾ ਬਠਿੰਡੇ ਦਾ ਜਿੰਨਾ ਵੀ ਉੱਧਰ ਦਾ ਇਲਾਕਾ, ਜਿਹੜੇ ਉੱਧਰ ਬਰਾੜ ਨੇ, ਬੜੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ ਨੇ, ਜਦੋਂ ਉਹ ਘਰ ਚਲਾ ਗਿਆ ਵਾਪਸ, ਉਹਦੇ ਘਰ ਵਾਲੀ ਨੇ ਪੁੱਛਿਆ ਬੱਚਿਆਂ ਨੂੰ ਕਿੱਥੇ ਲੈ ਗਏ ਸੀ, ਉਹਨੇ ਸਾਰੀ ਗੱਲ ਦੱਸੀ ਅਤੇ ਕਹਿਣ ਲੱਗੀ ਤੂੰ
ਸ਼ਰੀਕ ਦੇ ਬੱਚਿਆਂ ਨੂੰ ਤੇ ਰਾਜ ਭਾਗ ਦਵਾ ਦਿੱਤਾ ਤੇ ਆਪਣੇ ਬੱਚੇ ਫਿਰ ਇਹਨਾਂ ਦੀ ਗੁਲਾਮੀ ਕਰਿਆ ਕਰਨਗੇ। ਅਗਲੇ ਦਿਨ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਤੇ ਉਹੀ ਬਚਨ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਕੋਲ ਬੇਨਤੀ ਕੀਤੀ, ਸਾਰੀ ਗੱਲ ਦੱਸੀ। ਸਾਡੇ ਘਰ ਵਿੱਚ ਤਾਂ ਇੱਦਾਂ ਕਲੇਸ਼ ਹੋ ਗਿਆ ਹੈ ਇਸ ਗੱਲ ਨੂੰ ਲੈ ਕੇ। ਗੁਰੂ ਹਰਿ ਸਾਹਿਬ ਮਹਾਰਾਜ ਜੀ ਕਹਿੰਦੇ ਤੇਰੇ ਬੱਚੇ ਵੀ ਰਾਜਿਆਂ ਵਰਗੇ ਹੋਣਗੇ, ਰਾਜੇ ਤਾਂ ਨਹੀਂ ਹੋਣਗੇ ਪਰ ਇਹ ਰਾਜਿਆਂ ਵਰਗੇ ਹੋਣਗੇ। ਇਹਨਾਂ ਨੂੰ ਕਿਸੇ ਨੂੰ ਟੈਕਸ ਭਰਨ ਦੀ ਲੋੜ ਨਹੀਂ। ਕਿ ਜਿੰਨੇ ਵੱਡੇ ਉਧਰ ਬਰਾੜ ਨੇ ਉਸ ਇਲਾਕੇ ਦੇ ਵਿੱਚ ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ, ਇਹ ਵੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੈ। ਆਪੇ ਦੇ ਵਡਿਆਈਆਂ, ਉਹ ਆਪ ਹੀ ਬਖਸ਼ਿਸ਼ਾਂ ਕਰਦਾ ਹੈ, ਵਡਿਆਈਆਂ ਦਿੰਦਾ ਹੈ। ਔਰ ਉਹਦੀਆਂ ਵਡਿਆਈਆਂ ਬਖਸ਼ਿਸ਼ਾਂ ਕੈਸੀਆਂ ਨੇ, ਜੇਵਡ ਆਪ ਤੇਵਡ ਤੇਰੀ ਦਾਤ। ਜਿੱਡਾ ਵੱਡਾ ਆਪ ਓਡੀ ਵੱਡੀ ਦਾਤ। ਉਹ ਦਾਤ ਮੁੱਕਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ, ਆਪ ਹੀ ਜੀਵਾਂ ਪਾਸੋਂ ਕਰਮ ਕਰਾਂਦਾ ਹੈ। ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦਾ ਲਾਇਆ। ਸਾਰੇ ਸੰਸਾਰ ਨੂੰ ਪੈਦਾ ਕਰਕੇ ਸਾਰੇ ਜੀਵਾਂ ਨੂੰ ਵਾਹਿਗੁਰੂ ਨੇ ਕੰਮ ਧੰਦੇ ਵਿੱਚ ਲਾ ਛੱਡਿਆ ਹੈ। ਕਿਸੇ ਨੂੰ ਕਿਸੇ ਪਾਸੇ ਲਾਇਆ ਹੋਇਆ ਹੈ, ਕਿਸੇ ਨੂੰ ਕਿਸੇ ਪਾਸੇ ਲਾਇਆ ਹੋਇਆ ਹੈ। ਸਾਰੇ ਜੀਵਾਂ ਨੂੰ ਤੁਸੀਂ ਵੇਖੋ, ਇੱਕ ਨਿੱਕੀ ਜਿਹੀ ਕੀੜੀ ਹੈ, ਉਹ ਵੀ ਤੁਰੀ ਹੋਈ ਹੈ ਅੰਨ ਇਕੱਠਾ ਕਰਨ ਵਾਸਤੇ। ਉਹਨੂੰ ਵੀ ਵਾਹਿਗੁਰੂ ਨੇ ਧੰਦੇ ਵਿੱਚ ਲਾਇਆ ਹੋਇਆ ਹੈ। ਹਰ ਇੱਕ ਜੀਵ ਨੂੰ ਕਰਮ ਕਰਨ ਵਿੱਚ ਲਾਇਆ ਹੋਇਆ ਹੈ। ਇਹ ਉਸ ਵਾਹਿਗੁਰੂ ਦੀ ਖੇਡ ਹੈ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦਾ ਲਾਏਂਦਾ। ਮਹਾਰਾਜ ਕਹਿੰਦੇ ਉਹ ਵੱਡਾ ਹੈ, ਬਹੁਤ ਵੱਡਾ ਹੈ। ਕਿੰਨਾ ਕੁ ਵੱਡਾ ਹੈ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਇਸਲਾਮੀ ਮਤ ਦੇ ਅੰਦਰ ਮੁਹੰਮਦ ਸਾਹਿਬ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਮੁਹੰਮਦ ਸਾਹਿਬ ਨੂੰ ਮਾਣ ਹੋ ਗਿਆ ਕਿ ਮੈਂ ਖੁਦਾ ਦਾ ਪੈਗੰਬਰ ਹਾਂ। ਮੈਂ 14 ਲੋਕਾਂ ਨੂੰ ਵੇਖ ਲਿਆ, 14 ਤੱਕ ਦੇਖ ਲਏ ਨੇ ਤੇ ਇਸ ਤੋਂ ਪਰੇ ਹੋਰ ਕੁਝ ਵੀ ਨਹੀਂ ਹੈ। ਇੱਕ ਦਿਨ ਜਾ ਰਹੇ ਖੁਦਾ ਨੇ ਇਹ ਗਿਆਨ ਕਰਾਉਣ ਵਾਸਤੇ ਕਿ ਅੰਤ ਨਹੀਂ ਹੈ। ਰਸਤੇ ਤੋਂ ਜਦੋਂ ਜਾ ਰਹੇ ਨੇ ਅੱਗੇ ਕੀ ਵੇਖਿਆ, ਇੱਕ ਲੰਮੀ ਸਾਰੀ ਊਂਠਾਂ ਦੀ ਕਤਾਰ ਜਾ ਰਹੀ ਹੈ। ਖੜ੍ਹ ਗਏ ਵੀ ਊਂਠ ਲੰਘ ਜਾਣ ਸਾਰੇ ਤੇ ਫਿਰ ਮੈਂ ਪਾਰ ਹੋਵਾਂ, ਇਸ ਰਸਤੇ ਨੂੰ ਕ੍ਰੋਸ ਕਰਾਂ। ਦੁਪਹਿਰ ਹੋ ਗਈ, ਸਵੇਰ ਦੇ ਖੜ੍ਹੇ ਹੋਏ ਨੇ ਪਰ ਊਂਠਾਂ ਦੀ ਲਾਈਨ ਟੁੱਟ ਨਹੀਂ ਰਹੀ। ਜਬਰਾਈਲ ਆ ਗਿਆ, ਉਹਨੇ ਪੁੱਛਿਆ ਮੁਹੰਮਦ ਸਾਹਿਬ ਇੱਥੇ ਕਿਵੇਂ ਖੜ੍ਹੇ ਹੋ? ਕਹਿਣ ਲੱਗੇ ਵੀ ਇੱਧਰ ਜਾ ਰਹੇ ਸੀ, ਅੱਗੇ ਊਂਠਾਂ ਦੀ ਲਾਈਨ ਕਤਾਰ ਜਾ ਰਹੀ ਹੈ ਤੇ ਮੈਂ ਆਖਿਆ ਵੀ ਇਹ ਲਾਈਨ ਊਂਠ ਸਾਰੇ ਲੰਘ ਜਾਣ ਤੇ ਫਿਰ ਅੱਗੇ ਜਾਵਾਂ। ਕਹਿਣ ਲੱਗੇ ਨਹੀਂ ਖਤਮ ਹੋਣੀ, ਇਹਦਾ ਜਦੋਂ ਦਾ ਮੇਰਾ ਜਨਮ ਹੋਇਆ ਇਹ ਤਾਂ ਇੱਦਾਂ ਹੀ ਚੱਲੀ ਜਾ ਰਹੀ ਹੈ, ਇਹ ਲਾਈਨ ਨਹੀਂ ਟੁੱਟਦੀ, ਤੁਸੀਂ ਲੰਘਣਾ ਲੰਘ ਜਾਵੋਗੇ। ਕਹਿਣ ਲੱਗੇ ਇਹਦੇ ਵਿੱਚ ਹੈ ਕਿ ਊਂਠਾਂ ਦੇ ਉੱਪਰ ਜੋ ਲੱਦਿਆ ਹੋਇਆ ਹੈ? ਕਹਿੰਦੇ ਦੇਖ ਲਓ, ਇੱਕ ਊਂਠ ਦਾ ਰੱਸਾ ਪਕੜਿਆ, ਬਿਠਾਇਆ ਸਾਈਡ 'ਤੇ, ਸੰਦੂਕ ਭਰ ਭਰ ਕੇ ਲੱਦੇ ਨੇ। ਉਹ ਸੰਦੂਕ ਜਦੋਂ ਖੋਲ੍ਹੇ ਉਹਨਾਂ ਦੇ ਵਿੱਚ ਆਂਡੇ ਪਏ ਨੇ, ਬੇਅੰਤ ਹੀ ਪਏ ਨੇ। ਇੱਕ ਆਂਡੇ ਨੂੰ ਤੋੜਿਆ, ਉਹਦੇ ਵਿੱਚ ਕੀ ਵੇਖਿਆ? ਇੱਕ ਮੁਹੰਮਦ ਸਾਹਿਬ ਦਾ ਆਪਣਾ ਚਿਹਰਾ ਤੇ 14 ਤਬਕ। ਕਹਿੰਦੇ ਇਸ ਤਰ੍ਹਾਂ ਪਤਾ ਨਹੀਂ ਇਹ ਕਿੰਨੇ ਕੁ ਊਂਠ ਲੰਘ ਹੀ ਜਾ ਰਹੇ ਨੇ। ਹਰ ਇੱਕ ਊਂਠ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਆਂਡਾ ਲੱਦਿਆ ਹੋਇਆ ਸੰਦੂਕਾਂ ਦੇ ਵਿੱਚ। ਅੰਤ ਕੋਈ ਨਹੀਂ ਹੈ। ਸਮਝ ਆ ਗਈ ਮੁਹੰਮਦ ਸਾਹਿਬ ਨੂੰ ਖੁਦਾ ਬਹੁਤ ਵੱਡਾ ਹੈ, 14 ਤਬਕਾਂ ਤੱਕ ਹੀ ਸੀਮਤ ਨਹੀਂ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਗਦਾਦ ਦੀ ਧਰਤੀ 'ਤੇ ਗਏ ਤੇ ਜਿਹੜਾ ਉੱਥੇ ਪੀਰ ਸੀ ਉਹ ਵੀ ਕਹਿਣ ਲੱਗਾ ਕਿ ਸਾਡੇ ਮੁਹੰਮਦ ਸਾਹਿਬ ਨੇ 14 ਤਬਕਾਂ ਦੀ ਗੱਲ ਕੀਤੀ ਹੈ
ਤੇ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਅੰਤ ਨਹੀਂ ਹੈ। ਤੇ ਮਹਾਰਾਜ ਕਹਿੰਦੇ ਆ ਜਾ ਦੇਖ ਲੈ। ਫਿਰ ਕਹਿਣ ਲੱਗਾ ਜੀ ਮੈਂ ਤੇ ਬਿਰਧ ਹਾਂ, ਮੇਰੇ ਚੇਲੇ ਨੂੰ, ਮੇਰੇ ਬੇਟੇ ਨੂੰ ਲੈ ਜਾਵੋ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਤਾਈ, ਲੱਖ ਪਤਾਲ ਆਕਾਸ਼ ਲਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਮਹਾਰਾਜ ਨੇ ਉਹ ਸਾਰਾ ਕੁਝ ਦਿਖਾਇਆ ਵੀ ਅੰਤ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਆਕਾਸ਼ ਪਤਾਲ ਦਿਖਾ ਦਿੱਤੇ। ਵੱਡੋ ਵੱਡਾ ਵੱਡ ਮੇਦਨੀ, ਔਰ ਇਹ ਜਿਹੜੀ ਧਰਤੀ ਮੇਦਨੀ ਹੈ ਇਹ ਵੀ ਬੜੀ ਵੱਡੀ ਹੈ। ਕੋਈ ਵਿਰਲਾ ਮਨੁੱਖ ਹੈ ਜਿਹੜਾ ਧਰਤੀ 'ਤੇ ਘੁੰਮੇ ਸਾਰੀ 'ਤੇ, ਫਿਰ ਧਰਤੀ ਨੂੰ ਬਾਹਰੋਂ ਹੀ ਵੇਖੇਗਾ ਧਰਤੀ ਅੰਦਰ ਕਿੱਥੋਂ ਤੱਕ ਹੈ, ਧਰਤੀ ਦੇ ਵਿੱਚ ਕੀ ਕੁਝ ਹੈ। ਬੜੀ ਵੱਡੀ ਧਰਤੀ ਹੈ। ਇਸ ਧਰਤੀ ਦੇ ਵਿੱਚ ਬੜਾ ਕੁਝ ਛੁਪਿਆ ਪਿਆ, ਪਤਾ ਨਹੀਂ ਕਿੰਨਾ ਕੁ ਸੋਨਾ ਚਾਂਦੀ ਹੀਰੇ ਜਵਾਹਰਾਤ, ਬੜਾ ਕੁਝ ਇਹਦੇ ਵਿੱਚ ਛੁਪਿਆ ਹੋਇਆ ਜੋ ਮਨੁੱਖ ਦੀ ਦ੍ਰਿਸ਼ਟੀ ਵਿੱਚ ਅਜੇ ਨਹੀਂ ਆਇਆ, ਸਾਰਾ ਆ ਵੀ ਨਹੀਂ ਸਕਦਾ ਹੈ। ਅੱਜ ਤੋਂ ਆਪਾਂ 300-400 500 ਸਾਲ ਪਿੱਛੇ ਚਲੇ ਜਾਈਏ, ਡੀਜ਼ਲ ਪੈਟਰੋਲ ਇਹਨਾਂ ਦਾ ਪਤਾ ਹੀ ਨਹੀਂ ਸੀ ਹੈ ਵੀ ਇਹ ਵੀ ਕੋਈ ਚੀਜ਼ ਹੁੰਦੀ ਹੈ ਉਸ ਸਮੇਂ ਦੇ ਅੰਦਰ। ਤੇ ਅੱਜ ਵੇਖੋ ਕਿੰਨਾ ਕੁਝ ਇਹ ਧਰਤੀ ਵਿੱਚੋਂ ਪ੍ਰਗਟ ਹੋ ਰਿਹਾ ਹੈ। ਇਸੇ ਤਰ੍ਹਾਂ ਹੋਰ ਬਹੁਤ ਕੁਝ ਛੁਪਿਆ ਹੋਇਆ ਹੈ ਜੋ ਮਨੁੱਖ ਦੀ ਦ੍ਰਿਸ਼ਟੀ ਤੋਂ ਪਰੇ ਹੈ। ਕਿਉਂ ਪਰੇ ਹੈ? ਕਿਉਂਕਿ ਜਿਹਨੇ ਇਹ ਧਰਤੀ ਬਣਾਈ ਹੈ ਉਹ ਆਪ ਬੇਅੰਤ ਹੈ, ਉਹਦੀ ਬਣਾਈ ਹੋਈ ਹਰ ਇੱਕ ਚੀਜ਼ ਵੀ ਬੇਅੰਤ ਹੈ। ਜਿਹੜਾ ਸਾਡਾ ਮਨੁੱਖਾ ਤਨ ਹੈ ਇਹ ਵੀ ਬੇਅੰਤ ਹੈ। ਪਤਾ ਨਹੀਂ ਇਹਦੇ ਕੁਝ ਇਹਦੇ ਵਿੱਚ ਰੱਬ ਨੇ ਕੀ ਕੁਝ ਪਾ ਛੱਡਿਆ ਹੈ। ਖੋਜੀ ਜਾ ਰਹੀ ਦੁਨੀਆ 'ਤੇ, ਲੱਭੀ ਜਾ ਰਿਹਾ ਇਹਦੇ ਵਿੱਚੋਂ ਵੀ। ਇਹਦੇ ਵਿੱਚੋਂ ਹੀ ਡਾਕਟਰ ਬਣੇ ਨੇ, ਇਹਦੇ ਵਿੱਚੋਂ ਹੀ ਲਾਇਰ ਬਣੇ ਨੇ, ਇਹਦੇ ਵਿੱਚੋਂ ਹੀ ਪ੍ਰੋਫੈਸਰ ਬਣ ਰਹੇ ਨੇ, ਇੰਜੀਨੀਅਰ ਬਣ ਰਹੇ ਨੇ, ਕੋਈ ਜਹਾਜ਼ ਬਣਾ ਰਿਹਾ, ਕੋਈ ਰੇਲ ਗੱਡੀਆਂ, ਦੇਖੋ ਫਿਰ ਮੋਬਾਈਲ ਬਣਾ ਦਿੱਤੇ ਗਏ। ਇਹ ਕਿੱਥੋਂ ਪੈਦਾ ਹੋ ਰਿਹਾ? ਸਰੀਰ ਵਿੱਚੋਂ ਹੀ ਪੈਦਾ ਹੋ ਰਿਹਾ ਹੈ। ਮਟੀਰੀਅਲ ਜ਼ਰੂਰ ਬਾਹਰੋਂ ਲਿਆ ਜਾ ਰਿਹਾ ਪਰ ਪੈਦਾ ਤਾਂ ਇਹਦੇ ਵਿੱਚੋਂ ਹੀ ਹੋ ਰਿਹਾ ਨਾ। ਅੱਜ ਤੋਂ ਜੇ ਆਪਾਂ ਕੁਝ ਸਮਾਂ ਪਿੱਛੇ ਚੱਲੇ, ਇਹ ਫੋਨਾਂ ਦਾ ਨਾਂ ਪਤਾ ਵੀ ਨਹੀਂ ਸੀ ਹੈ, ਇਹ ਕੰਪਿਊਟਰ ਆ ਗਏ, ਬੜਾ ਕੁਝ ਆ ਰਿਹਾ ਜੇ, ਹੋਰ ਬੜਾ ਕੁਝ ਆਉਣਾ। ਅੰਤ ਕੋਈ ਨਹੀਂ ਹੈ, ਇਹਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਜੀ। ਅੰਤ ਨਹੀਂ ਲੈ ਸਕਦਾ ਮਨੁੱਖ ਇਸ ਸਰੀਰ ਦਾ। ਇਹਦੇ ਵਿੱਚ ਪਰਮਾਤਮਾ ਨੇ ਇੰਨਾ ਕੁਝ ਪਾਇਆ ਹੋਇਆ ਹੈ। ਬਸ ਖੋਜ ਲਓ, ਜਿੰਨਾ ਖੋਜ ਲਓਗੇ ਆਪਣੇ ਜੀਵਨ ਵਿੱਚ ਓਨਾ ਕੁ ਪਾ ਲਓਗੇ। ਹੈ ਬੇਅੰਤ, ਕੋਈ ਅੰਤ ਨਹੀਂ ਲੈ ਸਕਦਾ ਵੀ ਇਸ ਸਰੀਰ ਦੇ ਵਿੱਚੋਂ ਮੈਂ ਇਹ ਕੁਝ ਲੱਭ ਲਿਆ, ਹੁਣ ਇਸ ਸਰੀਰ ਦਾ ਅੰਤ ਹੈ ਵੀ ਇਹਦੇ ਵਿੱਚੋਂ ਹੋਰ ਕੁਝ ਨਹੀਂ ਲੱਭ ਸਕਦਾ। ਨਵੀਂ ਤੋਂ ਨਵੀਂ ਖੋਜ ਇਸ ਸਰੀਰ ਦੇ ਵਿੱਚ ਪਈ ਹੋਈ ਹੈ ਜੇ, ਬੜਾ ਕੁਝ ਪਿਆ ਹੋਇਆ ਹੈ। ਕਦੇ ਅੰਤ ਨਹੀਂ ਆ ਸਕਦਾ ਇਸ ਸਰੀਰ ਵਿੱਚ, ਇੰਨਾ ਕੁਝ ਪਿਆ ਹੋਇਆ ਹੈ। ਪਰ ਮਿਲੇਗਾ ਉਸ ਨੂੰ ਜਿਹੜਾ ਖੋਜੇਗਾ। ਇਸ ਸਰੀਰ ਦੇ ਵਿੱਚ ਜਿੱਥੇ ਪਦਾਰਥ ਦਾ ਅਨੰਤ ਗਿਆਨ ਪਿਆ ਹੈ, ਉੱਥੇ ਇਸ ਸਰੀਰ ਦੇ ਵਿੱਚ ਅਨੰਤ ਵਾਹਿਗੁਰੂ ਦੀ ਜੋਤ ਵੀ ਹੈ। ਅੰਤ ਕੋਈ ਨਹੀਂ ਹੈ, ਨਾ ਤਾਂ ਉਸ ਵਾਹਿਗੁਰੂ ਦਾ ਅੰਤ ਹੈ, ਨਾ ਉਸ ਦੇ ਬਣਾਏ ਹੋਏ ਇਸ ਸਰੀਰ ਦਾ, ਇਸ ਢਾਂਚੇ ਦਾ, ਇਸ ਬ੍ਰਹਿਮੰਡ ਦਾ ਵੀ ਅੰਤ ਨਹੀਂ। ਆਕਾਸ਼ ਵਿੱਚ ਚਲੇ ਜਾਓ, ਆਕਾਸ਼ ਦਾ ਕੋਈ ਅੰਤ ਨਹੀਂ। ਸਾਰੀ ਦੁਨੀਆ ਜਿੱਥੇ ਮਰਜ਼ੀ ਘੁੰਮੀ ਜਾਓ, ਧਰਤੀ ਨੂੰ ਛੱਡ ਕੇ ਅੱਗੇ ਹੋਰ ਪਤਾ ਨਹੀਂ ਕੀ ਕੁਝ ਪਸਾਰਾ ਪਸਰਿਆ ਹੋਇਆ ਮਨੁੱਖ ਦੀ ਉੱਥੇ ਤੱਕ ਪਹੁੰਚ ਹੀ ਨਹੀਂ ਹੈ। ਅਜੇ ਤਾਂ ਸਿਰਫ ਧਰਤੀ ਤੋਂ ਉੱਠ ਕੇ ਚੰਨ ਤੱਕ ਗਿਆ ਹੈ। ਜੇ ਧਰਤੀ ਤੋਂ ਇੰਨੇ ਫਾਸਲੇ 'ਤੇ ਚੰਨ ਹੈ, ਅੱਗੇ ਪਤਾ ਨਹੀਂ ਕੀ ਕੁਝ ਪਰਾਂ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਵੱਡੋ ਵੱਡਾ ਵੱਡ ਮੇਦਨੀ, ਉਹਦੀ ਬਣਾਈ ਹੋਈ ਧਰਤੀ ਵੀ ਬੜੀ ਵੱਡੀ ਹੈ। ਉਹ ਆਪ ਬੜਾ ਵੱਡਾ ਹੈ। ਸਿਰੇ ਸਿਰ ਧੰਦਾ ਲਾਏ ਦਾ, ਸਾਰਿਆਂ ਨੂੰ ਸਿਰੇ ਸਿਰ ਧੰਦੇ ਲਾਇਆ ਹੋਇਆ ਹੈ। ਸਾਰੇ ਆਪੋ ਆਪਣੇ ਸਮੇਂ ਦੇ ਮੁਤਾਬਕ ਚੱਲ ਪੈਂਦੇ ਨੇ, ਇਹ ਕਰਨਾ ਮੈਂ ਉਹ ਕਰਨਾ ਹੈ। ਮਨੁੱਖ ਹੀ ਨਹੀਂ, ਪਸ਼ੂ ਪੰਛੀ ਜਾਨਵਰ ਵੀ, ਉਹਨਾਂ ਨੂੰ ਵੀ ਵਾਹਿਗੁਰੂ ਨੇ ਉਹਨਾਂ ਦੇ ਧੰਦੇ ਵਿੱਚ ਲਾਇਆ ਹੋਇਆ ਹੈ। ਆਪਾਂ ਸੋਚਦੇ ਹਾਂ ਕੀੜੇ ਮਕੌੜੇ ਇਹ ਧਰਤੀ 'ਤੇ ਐਵੇਂ ਤੁਰੇ ਫਿਰਦੇ ਨੇ, ਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੀ ਜ਼ਿੰਦਗੀ ਵਿੱਚ ਜਾ ਕੇ
वो दौड़े फिरते ने, कहते असीं अपना कारोबार करते फिरते हैं। तो महाराज कहते आपे दे वड्याइयां आपे ही कर्म कराएंदा, वड्डो वड्डा मड मेदनी सिरे सिर धंधा लाएंदा। नदर पठी जे करे सुल्ताना घाह कराएंदा। जदों मनुख शक्ति पा लैंदा है, कुछ मान लो किसी ने खोज ही की है, कोई साइंसदान बन गया, उन्होंने भी हंकार हो जाता है। महाराज कहते हंकार ना कर, जिस वाहिगुरु ने तेनू दात बख्शी उहदा शुकराना कर। क्योंकि जदों वो नज़र पट्ठी करता है तो बादशाह नूं भी भिखिया मंगण ला दिंदा है, उन्होंने भी घाह खोतन ला दिंदा है, उन्होंने भी घाह खाण ते मजबूर कर दिंदा है। जिवें शाहजहां बादशाह का जिक्र आउंदा है, औरंगजेब का जिहड़ा पिता सी ना शाहजहां, इनू भी बड़ा हंकार सी। देखो 6वें पातशाह जी के नाल इहने 4 जंगां कीतियां ने, इहदी 4 वार भेजी हुई फौज चढ़ के आई। शाहजहां बादशाह जी दिल्ली तो ये हुक्म करदा 4 वार इहदी फौज चढ़ के आई, 4 वार हारिया। ਇਹਦੇ ही पुत्र औरंगजेब ने इनू कैद बना लिया, कैद कर लिया। तो जदों इनू कैद करके दिल्ली तो आगरे भेजा जा रहा सी, इनू रोटी पानी इहदा बंद किया होया। कहंदे हन इनू बड़ी भुख लगी, रस्ते दे विच छोलियां दा खेत, तो उन्हां सिपाह सलारां नूं कहंदा भी मैनू थल्ले ला दिओ, मैं कुछ खाना चाहता, बड़ी भुख लगी है। संगल पाए हुए ने, इनू हत्थां नूं हत्थ कड़ियां ने, पैरां नूं बेड़ियां पाईयां होईयां ने। उन्हां नूं तरस आ गया, उन्होंने ला दिता ते पशुआं दी तरह वो छोलियां दे खेत विचों खा जिहड़ा है उन्हां नूं चुगदा है, खांदा है। जिहदे हुकूमत जिहदे हुक्म दे विच देखो हिंदुस्तान की सारी कदे फौज चलती सी, बड़े बड़े लोग मंत्री राजे हत्थ बन के खड़े रहिंदे सन। अज वो घाह खाण ते मजबूर हो गया है, क्योंकि शक्ति पा के हंकारी हो गया सी। महाराज कहते नदरों पट्ठी जे करे सुल्ताना घाह कराएदा, दर मंगण भिख ना पाएदा। मंगिया भिखिया नहीं मिलती, इनू अपने ही पुत्र वालों मंगण ते पानी भी नहीं सी मिलता। बस एक कटोरा पानी मिल जाता सी, कहते भी ये नाल ही गुजारा करना है इन्ना टाइम, उस तो बाद पानी नहीं मिलेगा। समा जिहड़ा निश्चित किया होंदा उहदे विच ही दिता जाता सी। मंगदा भी सी भी पानी की लोड़ बड़ी है, मैनू दे दो, पर इनू मिलता नहीं सी। दर दर ते फिरना पै जाता है। जदों वाहिगुरू परमात्मा नज़रों पट्ठी कर दे, कदों करदा जदों मनुख हंकारी हो जाता भी मेरे वर्गा कोई है ही नहीं, फिर वो कहता चंगा। फिर कोई मूँह नहीं लांदा, कोई मंगिया भिखिया भी नहीं देंदा, कोई कुछ भी नहीं देंदा। तो साहिब सच्चे पातशाह कहते उस वाहिगुरू के हुक्म दे विच चल। जे तेरे कोल किसी भी तरह की ताकत है, शक्ति है, वाहिगुरू के हुक्म दे विच चल, उहदा नाम जप, उहदी बख्शिश बनी रहेगी। सतगुरु जी की अगाध बोध बाणी दीआं विचारां करदिआं होईआं भुल्लां दी खिमा। वाहिगुरू जी का खालसा, वाहिगुरू जी की फतेह।